ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰੋਹਿਤ ਬੰਸਲ ਪੱਕਾ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨੀ ਅੰਦੋਲਨ ਨੂੰ ਚੱਲਦੇ ਨੂੰ ਕਰੀਬ ਸਾਲ ਦੇ ਕਰੀਬ ਦਾ ਜਿਹੜਾ ਸਮਾਂ ਹੈਗਾ ਉਹ ਹੋਣ ਵਾਲਾ ਹੈ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਅੰਦੋਲਨ ਚੱਲ ਰਿਹਾ ਸੀ। ਪਰ ਕੀ ਅੰਦੋਲਨ ਦੀ ਅਗਲੀ ਰੂਪਰੇਖਾ ਰਹਿਣ ਵਾਲੀ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਵੱਡੇ ਫੈਸਲੇ ਆ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਲਏ ਜਾਣਗੇ, ਉਸ ਦੇ ਬਾਰੇ ਅੱਜ ਖੁੱਲ੍ਹ ਕੇ ਗੱਲਾਂ ਕਰਾਂਗੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨਾਲ। ਵਿਕੇਜੂ ਰਾਜੇਵਾਲ ਦੇ ਪ੍ਰਧਾਨ ਨੇ। ਰਾਜੇਵਾਲ ਸਾਹਿਬ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਹੋਰ ਸਰ, ਸਿਹਤਾਂ ਠੀਕ ਚੱਲ ਰਹੀਆਂ ਨੇ ਅੱਜ ਕੱਲ੍ਹ? ਬਿਲਕੁਲ ਠੀਕ ਹੈ। ਰਾਜੇਵਾਲ, ਪਹਿਲਾ ਸਵਾਲ ਜੀ, ਅੰਦੋਲਨ ਚੱਲਦੇ ਨੂੰ ਕਾਫੀ ਟਾਈਮ ਹੋ ਚੁੱਕਿਆ ਹੈ, ਨਵੀਂ ਰੂਪਰੇਖਾ ਕੀ ਘੜੀ ਗਈ ਹੈ? ਜਿਸ ਤਰ੍ਹਾਂ ਤੁਸੀਂ ਸੜਕਾਂ ਦੇ ਨਾਲ ਵਹੀਕਲ ਖੜੇ ਕਰਨ ਦੀ ਗੱਲ ਕੀਤੀ ਹੈ, ਜਾਂ ਅੱਗੇ ਸੰਸਦ ਦਾ ਸੈਸ਼ਨ ਵੀ ਆਉਣ ਵਾਲਾ, ਤਾਂ ਕਿਹੜੀ ਨਵੀਂ ਰੂਪਰੇਖਾ ਜਿਹੜੀ ਅੰਦੋਲਨ ਨੂੰ ਨਵਾਂ ਰੁਖ ਦੇਗੀ? ਇੱਕ ਤਾਂ 8 ਤਾਰੀਖ ਨੂੰ ਅਸੀਂ ਸਾਰੇ ਦੇਸ਼ ਵਿੱਚ ਜਿਹੜਾ ਹਰ ਰੋਜ਼ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਵਧੀ ਜਾ ਰਹੀਆਂ, ਰਸੋਈ ਗੈਸ ਦੀਆਂ ਕੀਮਤਾਂ ਵਧੀ ਜਾ ਰਹੀਆਂ, ਮਹਿੰਗਾਈ ਹੋਈ ਜਾ ਰਹੀ ਹੈ। ਇਹਦੇ ਵਿੱਚ ਵੱਡਾ ਸ਼ੇਅਰ ਜਿਹੜਾ ਸਰਕਾਰ ਦੇ ਟੈਕਸਾਂ ਦਾ 94% ਐਕਸਾਈਜ਼ ਡਿਊਟੀ ਤੇ ਪੰਜਾਬ ਵਿੱਚ ਸਟੇਟ ਦਾ ਵੈਟ ਦੋਨੋਂ ਮਿਲਾ ਕੇ 94% ਇਹੀ ਬਣ ਜਾਂਦੇ ਨੇ। ਆਮ ਆਦਮੀ ਦਾ ਜਿਉਣਾ ਦੁੱਭਰ ਹੋਇਆ ਪਿਆ, ਮਹਿੰਗਾਈ ਦਿਨ ਬ ਦਿਨ ਛਾਲਾਂ ਮਾਰ ਰਹੀ ਹੈ ਤੇ ਰਸੋਈ ਦਾ ਬਜਟ ਜਿਹੜਾ ਉਹ ਬੰਦੇ ਦੇ ਵਸੋਂ ਬਾਹਰ ਹੁੰਦਾ ਜਾ ਰਿਹਾ ਹੈ। ਤਾਂ ਸਰਕਾਰ ਨੂੰ ਆਪਣਾ ਖਜ਼ਾਨਾ ਭਰਨ ਦੀ ਪਈ ਹੈ। ਤਾਂ ਅਸੀਂ ਕੱਲ 8 ਤਾਰੀਖ ਨੂੰ ਅਸੀਂ ਤੈਅ ਕੀਤਾ ਹੈ ਵੀ ਸਾਰੇ ਦੇਸ਼ ਵਿੱਚ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ, ਮੁਲਾਜ਼ਮਾਂ ਨੂੰ, ਸਮਾਜ ਦੇ ਹਰ ਵਰਗ ਨੂੰ ਇੱਕ ਅਪੀਲ ਕੀਤੀ ਹੈ ਵੀ ਆਓ ਆਪਾਂ ਸਾਰੇ ਇਹਦਾ ਵਿਰੋਧ ਕਰੀਏ ਇਕੱਠੇ ਹੋ ਕੇ 10 ਤੋਂ 12 ਵਜੇ ਤੱਕ, ਕਿਉਂਕਿ ਗਰਮੀ ਬੜੀ ਹੈ। 10 ਤੋਂ 12 ਵਜੇ ਤੱਕ ਅਸੀਂ ਹਰ ਇੱਕ ਨੂੰ ਅਪੀਲ ਕੀਤੀ ਹੈ ਵੀ ਆਪ ਆਪਣਾ ਵਹੀਕਲ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਤੇ 2 ਘੰਟੇ ਲਈ ਆ ਕੇ ਖੜਾ ਕਰ ਦਿਓ। 12 ਵਜੇ ਜਦੋਂ ਉੱਥੋਂ ਤੁਰਨਾ ਹੈ ਤਾਂ ਉਸ ਵੇਲੇ 8 ਮਿੰਟ ਲਈ ਸਾਰੇ ਹਾਰਨ ਵਜਾਉਣਗੇ। ਇਹ ਹੈਗਾ 8 ਤਾਰੀਖ ਦਾ ਪ੍ਰੋਗਰਾਮ। ਇਹ ਤੋਂ ਬਿਨਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ, ਉਹਦੇ ਲਈ ਅਸੀਂ ਤੈਅ ਕੀਤਾ 19 ਤਾਰੀਖ ਤੋਂ ਸੈਸ਼ਨ ਸ਼ੁਰੂ ਹੋਣਾ ਹੈ। ਅਸੀਂ 17 ਤਾਰੀਖ ਨੂੰ ਸਾਰੇ ਦੇਸ਼ ਵਿੱਚ ਜਿੰਨੇ ਵੀ ਆਪੋਜੀਸ਼ਨ ਪਾਰਟੀਆਂ ਦੇ MP ਨੇ, ਚਾਹੇ ਲੋਕ ਸਭਾ ਦੇ ਆ ਚਾਹੇ ਰਾਜ ਸਭਾ ਦੇ ਆ, ਉਹਨਾਂ ਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਪੱਤਰ ਦੇਵਾਂਗੇ। ਉਹ ਚੇਤਾਵਨੀ ਪੱਤਰ 'ਚ ਲਿਖਿਆ ਵੀ ਅੰਦੋਲਨ ਚੱਲਦੇ ਨੂੰ 7.5 ਮਹੀਨੇ ਤੋਂ ਦਿੱਲੀ ਦੇ ਬਾਰਡਰ ਤੇ ਹੋ ਗਏ। ਉਹ ਤੋਂ ਪਹਿਲਾਂ 2 ਮਹੀਨੇ ਅਸੀਂ ਰੇਲਵੇ ਲਾਈਨਾਂ ਤੇ ਬੈਠੇ ਤੇ ਤੁਹਾਡੀਆਂ ਪਾਰਟੀਆਂ ਨੇ ਮੂੰਹ ਬੰਦ ਕਰੀ ਰੱਖਿਆ। ਸਗੋਂ ਇਹ ਹੁੰਦਾ ਜਦੋਂ ਕਿਤੇ ਕੋਈ ਗੱਲ ਆਉਂਦੀ ਹੈ ਤੁਸੀਂ ਵਾਕਆਊਟ ਕਰਕੇ ਖੁੱਲਾ ਮੈਦਾਨ ਛੱਡ ਜਾਂਦੇ ਹੋ ਸਰਕਾਰ ਨੂੰ ਵੀ ਹੁਣ ਤੁਸੀਂ ਜੋ ਮਰਜ਼ੀ ਕਰੀ ਜਾਓ, ਅਸੀਂ ਬਾਹਰ ਚੱਲੇ ਹਾਂ। ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ 19 ਤਾਰੀਖ ਨੂੰ ਤਾਂ ਚਲੋ ਰਾਸ਼ਟਰਪਤੀ ਦਾ ਭਾਸ਼ਣ ਹੈ, ਹੋਰ ਕੁਛ ਹੈ ਨਹੀਂ। 22 ਤਰੀਕ ਤੋਂ ਸੀਰੀਅਸ ਬਿਜ਼ਨਸ ਸ਼ੁਰੂ ਹੋਣਾ ਪਾਰਲੀਮੈਂਟ ਦਾ। ਅਸੀਂ ਉਹਨਾਂ ਨੂੰ ਕਿਹਾ ਵੀ ਉਸ ਦਿਨ ਤੋਂ ਤੁਸੀਂ ਸਾਰਿਆਂ ਨੇ, ਤੁਹਾਡੀ ਪਾਰਟੀ ਦੇ ਸਾਰੇ MPs ਨੇ, ਇਹ ਜਿਹੜੇ 3 ਕਾਲੇ ਕਾਨੂੰਨ ਨੇ ਇਹਨਾਂ ਦਾ ਤੇ MSP ਲਈ ਕਾਨੂੰਨ ਬਣਾਉਣ ਦਾ, ਇਹਦੀ ਸਾਡੀਆਂ ਮੰਗਾਂ ਲਈ ਪਾਰਲੀਮੈਂਟ ਵਿੱਚ ਆਵਾਜ਼ ਉਠਾਉਣੀ ਹੈ। ਔਰ ਉਦੋਂ ਤੱਕ ਸੈਸ਼ਨ ਨਹੀਂ ਚੱਲਣ ਦੇਣਾ ਜਦੋਂ ਤੱਕ ਸਰਕਾਰ ਇਹਦਾ ਕੋਈ ਫੈਸਲਾ ਨਹੀਂ ਕਰਦੀ। ਔਰ ਇਹ ਵੀ ਹੈ ਵੀ ਜੇ ਇਸ ਦੌਰਾਨ ਤੁਸੀਂ ਕਹੋ ਵਾਕਆਊਟ ਕਰਨਾ, ਵਾਕਆਊਟ ਤੁਸੀਂ ਨਹੀਂ ਕਰਨਾ। ਤੇ ਜੇ ਕਿਤੇ ਤੁਹਾਨੂੰ ਮਾਰਸ਼ਲ ਬਾਹਰ ਸੁੱਟਦਾ ਤਾਂ ਕੋਈ ਪ੍ਰੋਬਲਮ ਨਹੀਂ, ਦੁਬਾਰਾ ਫੇਰ ਜਾ ਕੇ ਰੌਲਾ ਪਾਓ। ਜੇ ਤੁਹਾਨੂੰ ਸਸਪੈਂਡ ਕਰ ਦਿੰਦਾ ਸਪੀਕਰ, ਫੇਰ ਵੀ ਕੋਈ ਪਰਵਾਹ ਨਹੀਂ ਕਰਨੀ, ਫਿਰ ਦੁਬਾਰਾ ਅੰਦਰ ਜਾਓ। ਸਰਕਾਰ ਦਾ ਨੂੰ ਕਾਮਯਾਬ ਨਹੀਂ ਹੋਣ ਦੇਣਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ। ਅਸੀਂ ਇਹ ਵੀ ਕਿਹਾ ਵੀ ਮੁੱਦੇ ਹੋਰ ਵੀ ਬਹੁਤ ਨੇ। ਤੁਹਾਡੇ ਸਾਹਮਣੇ ਰਫੇਲ ਦਾ ਮੁੱਦਾ ਹੈ, ਪਰ ਅਸੀਂ ਸਮਝਦੇ ਹਾਂ ਵੀ ਕਰਪਸ਼ਨ ਹਰੇਕ ਨੇ ਕੀਤੀ ਹੈ, ਕਿਸੇ ਨੇ ਘੱਟ ਨਹੀਂ ਕੀਤੀ। ਜਿਹਦਾ ਰਾਜ ਭਾਗ ਹੁੰਦਾ ਉਹ ਆਉਂਦਾ ਹੀ ਪੈਸੇ ਬਣਾਉਣ ਵਾਸਤੇ ਹੈ। ਇਹ ਠੀਕ ਹੈ, ਰਫੇਲ ਦਾ ਬਹੁਤ ਵੱਡਾ ਇੱਕ ਸਕੈਂਡਲ ਹੈ, ਪਰ ਇਹਦੇ ਹੇਠਾਂ ਅਸੀਂ ਕਿਸਾਨ ਮੰਗਾਂ ਜਿਹੜੀਆਂ ਉਹ ਦੱਬਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇੱਕ ਤਾਂ ਇਹ ਉਹਨਾਂ ਨੂੰ ਅਸੀਂ ਸਾਰਿਆਂ ਨੂੰ 17 ਤਰੀਕ ਨੂੰ ਸਾਰੇ ਦੇਸ਼ ਵਿੱਚ ਆਪੋਜੀਸ਼ਨ ਲੀਡਰ ਦੇ MPs ਨੇ ਜਿਹੜੇ, ਉਹਨਾਂ ਨੂੰ ਦੇਵਾਂਗੇ ਚੇਤਾਵਨੀ ਪੱਤਰ। ਦੂਸਰਾ 19 ਤਰੀਕ ਦਾ ਅਸੀਂ ਛੱਡ ਦਿੱਤਾ ਹੈ ਕਿਉਂਕਿ ਕੋਈ ਖਾਸ ਬਿਜ਼ਨਸ ਹੈ ਨਹੀਂ। 22 ਤਰੀਕ ਤੋਂ ਲਗਾਤਾਰ ਜਦੋਂ ਤੱਕ 13 ਅਗਸਤ ਤੱਕ ਸੈਸ਼ਨ ਚੱਲੇਗਾ, ਅਸੀਂ ਹਰ ਰੋਜ਼ ਕਿਸਾਨਾਂ ਦਾ 200 ਕਿਸਾਨਾਂ ਦਾ ਜਥਾ, ਹਰ ਜਥੇਬੰਦੀ ਦੇ 5-5 ਕਿਸਾਨ ਬਾਕਾਇਦਾ ਗਲ ਵਿੱਚ ਉਹਨਾਂ ਦੀ ਆਈਡੈਂਟੀਫਿਕੇਸ਼ਨ ਦੇ ਕਾਰਡ ਪਾ ਕੇ ਅਸੀਂ ਕਦੇ ਸਿੰਘੂ ਬਾਰਡਰ ਤੋਂ, ਕਦੇ ਟਿੱਕਰੀ ਬਾਰਡਰ ਤੋਂ, ਕਦੇ ਗਾਜ਼ੀਪੁਰ ਬਾਰਡਰ ਤੋਂ, ਅਲੱਗ-ਅਲੱਗ ਬਾਰਡਰਾਂ ਤੋਂ 200 ਕਿਸਾਨ ਅਸੀਂ ਹਰ ਰੋਜ਼ ਜੰਤਰ ਮੰਤਰ ਭੇਜਾਂਗੇ। ਜੰਤਰ ਮੰਤਰ ਤੋਂ ਫਿਰ ਪੈਦਲ ਪਾਰਲੀਮੈਂਟ ਵੱਲ ਮਾਰਚ ਕਰਨਗੇ ਤਾਂ ਕਿ ਅਸੀਂ ਬਾਹਰੋਂ ਮੰਗ ਕਰਾਂਗੇ ਸਰਕਾਰ ਕੋਲੋਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲੈਣ ਵਾਸਤੇ, ਤੇ ਅੰਦਰ ਪਾਰਲੀਮੈਂਟ 'ਚ ਜਿਹੜੇ MP ਨੇ ਉਹ ਮੰਗ ਕਰਨ। ਇਹ ਕੰਟੀਨਿਊਸਲੀ ਚੱਲਦਾ ਰਹੂਗਾ ਜਦੋਂ ਤੱਕ ਪਾਰਲੀਮੈਂਟ ਦਾ ਸੈਸ਼ਨ ਚੱਲੂਗਾ।
तमाम ਜਿਹੜੇ ਰਾਜੇਵਾਲ ਸਾਹਿਬ ਤੁਹਾਡੇ ਪ੍ਰੋਗਰਾਮ ਹੈ, ਚਾਹੇ ਅਸੀਂ 8 ਤਰੀਕ ਵਾਲਾ ਪ੍ਰੋਗਰਾਮ ਮੰਨ ਲਈਏ, ਚਾਹੇ ਅਸੀਂ 22 ਤਰੀਕ ਵਾਲਾ ਪ੍ਰੋਗਰਾਮ ਮੰਨ ਲਈਏ, ਜਿੰਨੇ ਵੀ ਤੁਹਾਡੇ ਪ੍ਰੋਗਰਾਮ ਹੈ ਸਾਰੇ ਪ੍ਰੋਗਰਾਮ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਨੇ ਔਰ ਕੁਝ ਅਜਿਹੀ ਹੀ ਚੀਜ਼ ਨੂੰ ਜਸਟੀਫਾਈ ਕਰਦਾ ਅੱਜ ਗੁਰਨਾਮ ਸਿੰਘ ਚੜੂਨੀ ਸਾਹਿਬ ਦਾ ਬਿਆਨ ਆਉਂਦਾ। ਚੜੂਨੀ ਸਾਹਿਬ ਕਹਿੰਦੇ ਨੇ ਕਿ ਮਿਸ਼ਨ ਪੰਜਾਬ ਸ਼ੁਰੂ ਕਰਨਾ ਚਾਹੀਦਾ ਹੈਗਾ, ਜਿਹੜੇ ਕਿਸਾਨ ਹੈ ਕਿਸਾਨਾਂ ਨੂੰ ਖੁਦ ਸਰਕਾਰ ਦੇ ਵਿੱਚ ਬੈਠਣਾ ਚਾਹੀਦਾ ਔਰ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਕਿ ਇਸ ਤੋਂ ਪਹਿਲਾਂ ਦੇਖੋ ਜੀ ਇਦਾਂ ਦੀਆਂ ਸਰਕਾਰਾਂ ਰਹੀਆਂ ਨੇ, ਅੱਜ ਅਸੀਂ ਸਰਕਾਰ ਚ ਆਏ ਹਾਂ, ਅਸੀਂ ਇਦਾਂ ਦਾ ਪੰਜਾਬ ਸਿਰਜਦੀਏ ਕਿ ਉਸ ਤੋਂ ਬਾਅਦ ਉਹ ਮਾਡਲ ਨੂੰ ਪੂਰੇ ਇੰਡੀਆ ਦੇ ਵਿੱਚ ਲਿਜਾਇਆ ਜਾ ਸਕੇ। ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਇਹ ਬਚਕਾਨਾ ਬਿਆਨ ਉਹਨਾਂ ਨੇ ਦਿੱਤਾ, ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨਾਲ ਸਲਾਹ ਨਹੀਂ, ਮੋਰਚੇ ਵਿੱਚੋਂ ਕੋਈ ਵੀ ਉਹਦੇ ਇਸ ਬਿਆਨ ਨਾਲ ਸਹਿਮਤ ਨਹੀਂ। ਚੜੂਨੀ ਸਾਹਿਬ ਨੂੰ ਥੋੜਾ ਜਿਹਾ ਧਰਤੀ ਤੇ ਤੁਰਨਾ ਚਾਹੀਦਾ, ਹਵਾ 'ਚ ਨਹੀਂ ਉੱਡਣਾ ਚਾਹੀਦਾ। ਅਸੀਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ। ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ ਬਣਾਈ, ਨਾ ਹਾਲੇ ਕੋਈ ਇਦਾਂ ਦਾ ਫੈਸਲਾ ਕੀਤਾ ਹੈ। ਬਿਨਾਂ ਫੈਸਲੇ ਦੇ ਜਦੋਂ ਅਸੀਂ ਇਕੱਠੇ ਹੋ ਕੇ ਮੋਰਚਾ ਲੜਦੇ ਹਾਂ ਤਾਂ ਕਿਸੇ ਇਕੱਲੇ ਨੂੰ ਕੋਈ ਅਧਿਕਾਰ ਨਹੀਂ ਐਡਾ ਵੱਡਾ ਪਾਲਿਸੀ ਸਟੇਟਮੈਂਟ ਕੋਈ ਦੇ ਦੇ। ਇਹ ਮੈਨੂੰ ਸਾਰੀਆਂ ਜਥੇਬੰਦੀਆਂ ਤੋਂ ਫੋਨ ਆਏ ਨੇ ਵੀ ਚੜੂਨੀ ਸਾਹਿਬ ਨੇ ਕੀ ਕੀਤਾ ਹੈ। ਤੂੰ ਪੁੱਛਾਂਗੇ ਉਹਨਾਂ ਨੂੰ ਵੀ ਤੁਸੀਂ ਇਹ ਬਿਨਾਂ ਫੈਸਲੇ ਤੋਂ ਤੁਸੀਂ ਆਪਣੇ ਆਪ, ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਤੁਸੀਂ ਸਾਡਾ ਸਾਰਿਆਂ ਦਾ ਫੈਸਲਾ ਸੁਣਾ ਦਿਓ? ਅਸੀਂ ਉਹਨਾਂ ਨਾਲ ਐਗਰੀ ਨਹੀਂ ਕਰਦੇ। ਚੜੂਨੀ ਸਾਹਿਬ ਜਿਸ ਤਰ੍ਹਾਂ ਕਹਿ ਰਹੇ, ਕਹਿੰਦੇ ਜੀ ਮਿਸ਼ਨ ਯੂਪੀ ਸ਼ੁਰੂ ਕਰਨਾ, 5 ਸਤੰਬਰ ਨੂੰ ਰੈਲੀ ਕਰਨ ਜਾ ਰਹੇ ਹਾਂ ਤਾਂ ਉਹੇ ਜਿਹਾ ਹੀ ਸੇਮ ਮਿਸ਼ਨ ਪੰਜਾਬ 'ਚ ਕਰਾਂਗੇ। ਇਹ ਵੀ ਅਫਸੋਸ ਹੈ, ਫੈਸਲਾ ਸੀ ਮੀਟਿੰਗ ਵਿੱਚ ਫਿਲਹਾਲ ਅਸੀਂ ਮਿਸ਼ਨ ਯੂਪੀ ਦੀਆਂ ਡਿਟੇਲਸ ਹਾਲੇ ਅੰਡਰ ਡਿਸਕਸ਼ਨ ਨੇ, ਹਾਲੇ ਵੀ ਫਾਈਨਲ ਨਹੀਂ ਹੋ ਰਹੀਆਂ। ਉਹਦੇ ਵਿੱਚ ਕਈ ਚੀਜ਼ਾਂ ਐਡੀਸ਼ਨ ਹੋਣੀਆਂ ਨੇ, ਕਈ ਢੰਗ ਤਰੀਕੇ ਉਹਦੇ 'ਚ ਬਦਲਨੇ ਨੇ। ਅਸੀਂ ਨਹੀਂ ਸੀ ਪ੍ਰੈਸ ਵਾਸਤੇ ਹਾਲੇ ਤਿਆਰ ਕੀਤਾ, ਉਹਨਾਂ ਨੇ ਫਿਰ ਇਹ ਮੈਂ ਸਮਝਦਾ ਬਚਕਾਨਾ ਹਰਕਤ ਕੀਤੀ ਹੈ, ਜਿਹੜਾ ਐਵੇਂ ਬਿਨਾਂ ਪਾਣੀ ਮੌਜੇ ਖੋਲੀ ਜਾਂਦੇ ਆ। ਕਰਨਾ ਹੈ ਮਿਸ਼ਨ ਯੂਪੀ, ਪਰ ਉਹਦਾ ਹਾਲੇ ਡਿਟੇਲਸ ਡਿਸਕਸ ਹੋ ਰਹੀਆਂ। ਹਾਲੇ ਤਾਂ ਅਸੀਂ ਪਾਰਲੀਮੈਂਟ ਸੈਸ਼ਨ ਦਾ ਜਿਹੜਾ ਉਹਦਾ ਵਿਰੋਧ ਹੈ, ਜਿਹੜਾ ਉਹਦੇ ਲਈ ਪਾਰਲੀਮੈਂਟ ਵੱਲ ਕੂਚ ਕਰਨ ਦਾ ਹੀ ਪ੍ਰੋਗਰਾਮ ਪਬਲਿਕ ਨੂੰ ਕਹਿਣ ਵਾਸਤੇ ਕਿਹਾ ਹੋਇਆ। ਹਾਲੇ ਇਹ ਤੋਂ ਅਗਲਾ ਪ੍ਰੋਗਰਾਮ ਤਾਂ ਪ੍ਰੈਸ ਦੇਣ ਵਾਸਤੇ ਕੋਈ ਫੈਸਲਾ ਹੀ ਨਹੀਂ ਹੋਇਆ। ਅਸੀਂ ਅਕਸਰ ਦੇਖਦੇ ਆ ਜੀ, ਤੁਸੀਂ ਜਿਸ ਤਰ੍ਹਾਂ ਤਿੰਨੇ ਕਾਨੂੰਨਾਂ ਦੀ ਮੈਂ ਗੱਲ ਕਰ ਲਾਂ, ਤਿੰਨੇ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਹਾਲਾਤ ਕਿਸਾਨੀ ਦੇ ਕੋਈ ਬਾਹਲੇ ਚੰਗੇ ਨਹੀਂ ਸੀਗੇ, ਕਾਨੂੰਨ ਲਾਗੂ ਹੋਣ ਤੋਂ ਬਾਅਦ ਵੀ ਹਾਲਾਤ ਉਦਾਂ ਦੀ ਨਜ਼ਰ ਆਉਂਦੇ ਔਰ ਇਹਨਾਂ ਕਾਨੂੰਨਾਂ ਤੋਂ ਬਾਅਦ ਲੱਗਦਾ ਕਿ ਹੋਰ ਜਿਹੜਾ ਅਸਰ ਆ ਉਹ ਕਿਸਾਨੀ ਤੇ ਪੈ ਸਕਦਾ, ਜਿਹੜਾ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਕਹਿੰਦੇ ਨੇ। ਤਾਂ ਕੀ ਲੱਗਦਾ ਨਹੀਂ ਤੁਹਾਨੂੰ ਕਿ ਜੀ ਸਾਨੂੰ ਵੀ ਸਰਕਾਰ ਦੇ ਤੌਰ ਤੇ ਇੱਕ ਡੀਲ ਕਰਨੀ ਚਾਹੀਦੀ ਹੈ, ਕਿਸਾਨਾਂ ਨੂੰ ਇਲੈਕਸ਼ਨ ਲਾਉਣਾ ਚਾਹੀਦਾ? ਇਸ ਦੇ ਬਾਰੇ ਤੁਹਾਡੇ ਵਿਚਾਰ ਕੀ ਹੈ ਜਾਂ ਤੁਹਾਡੀ ਜਥੇਬੰਦੀ ਦੇ ਤੁਹਾਡੇ ਪਾਸੇ ਵਿਚਾਰ ਦੀ ਗੱਲ ਕਰੀਏ? ਇਸ ਵੇਲੇ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੈ। ਇਹ ਬਚਕਾਨਾ ਹਰਕਤ ਹੋਏਗੀ ਜੇ ਅਸੀਂ ਹੁਣੇ ਆਪਣਾ ਧਿਆਨ ਕਿਸੇ ਹੋਰ ਪਾਸੇ ਕਰਾਂਗੇ। ਮੈਂ ਸਭ ਨੂੰ ਇਹੋ, ਜਦੋਂ ਮੇਰੀ ਕੋਈ ਸਲਾਹ ਲੈਂਦਾ ਮੈਂ ਇੱਕੋ ਗੱਲ ਕਹਿਣਾ ਵੀ ਜੇ ਅੰਦੋਲਨ ਫੇਲ ਹੋ ਗਿਆ ਤਾਂ ਇਹ ਹਸ਼ਰ ਆਪਣਾ ਯਾਦ ਰੱਖੋ ਕੀ ਕਰਨਗੇ ਲੋਕਾਂ ਨੇ ਨਹੀਂ ਬਖਸ਼ਣਾ। ਇਸ ਕਰਕੇ ਸਾਡਾ ਟਾਰਗੇਟ ਇਸ ਵੇਲੇ ਕਿਸਾਨ ਅੰਦੋਲਨ ਦੀਆਂ ਮੰਗਾਂ। ਜਦੋਂ ਤੱਕ ਇਹ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਕੋਈ એનર્ਜੀ ਵੇਸਟ ਕਰਨ ਦੀ ਲੋੜ ਨਹੀਂ। ਤੁਸੀਂ ਐਵੇਂ ਸੁਪਨੇ ਲੈਣੇ ਬੰਦ ਕਰੋ ਵੀ ਮੈਂ ਐਮਐਲਏ ਬਣਨਾ, ਮੈਂ ਵਜ਼ੀਰ ਬਣਨਾ, ਮੈਂ ਮੁੱਖ ਮੰਤਰੀ ਬਣਨਾ। ਬਾਅਦ ਚ ਦੇਖਾਂਗੇ ਕੀ ਹੁੰਦਾ। ਫਿਲਹਾਲ ਕੋਈ ਐਸਾ ਪ੍ਰੋਗਰਾਮ ਨਹੀਂ, ਨਾ ਅਸੀਂ ਕੁਝ ਪਾਸ ਕੀਤਾ। ਜੇਕਰ 22 ਦੇ ਇਲੈਕਸ਼ਨ ਦੀ ਗੱਲ ਕਰ ਲਈਏ ਜੀ, ਕਿਉਂਕਿ ਜਿਹੜੀਆਂ 32 ਕਿਸਾਨ ਜਥੇਬੰਦੀਆਂ, ਇੱਕ ਮੈਜੋਰਟੀ ਅਸੀਂ ਕਹਿ ਸਕਦੇ ਜਿਹੜੇ ਲੀਡ ਕਰ ਰਹੇ ਨੇ ਇਸ ਅੰਦੋਲਨ ਨੂੰ, ਤਾਂ ਉਹ ਪੰਜਾਬ ਤੋਂ ਆਉਂਦੇ ਨੇ ਔਰ ਪੰਜਾਬ ਦੇ ਵਿੱਚ ਅਗਲੇ ਸਾਲ ਇਲੈਕਸ਼ਨ ਆ ਰਹੇ ਨੇ, ਫਰਵਰੀ ਜਾਂ ਮਾਰਚ ਦੇ ਸ਼ੁਰੂਆਤ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਉਹ ਹੋ ਸਕਦੇ ਨੇ ਪੰਜਾਬ ਦੇ ਵਿੱਚ। ਤਾਂ ਕੀ ਕੋਈ ਪੰਜਾਬ ਦੇ ਲਈ ਵੱਖਰੀ ਤੌਰ ਤੇ ਰਣਨੀਤੀ ਕੋਈ ਜਥੇਬੰਦੀਆਂ ਵੱਲੋਂ ਹਾਲੇ ਤੱਕ ਤਿਆਰ ਕੀਤੀ ਗਈ? ਕਿਉਂਕਿ ਜੇਕਰ ਅਸੀਂ ਗੱਲ ਕਰੀਏ ਪੱਛਮ ਬੰਗਾਲ ਦੀ, ਤਾਂ ਪੱਛਮ ਬੰਗਾਲ ਦੇ ਵਿੱਚ ਵੀ ਦੇਖਿਆ ਜਾਂਦਾ ਕਿ ਬੀਜੇਪੀ ਦੇ ਖਿਲਾਫ ਤਾਂ ਪ੍ਰਚਾਰ ਕੀਤਾ ਜਾਂਦਾ, ਪਰ ਪੰਜਾਬ ਦੇ ਵਿੱਚ ਤਾਂ ਆਲਰੇਡੀ ਬੀਜੇਪੀ ਬਹੁਤ ਗਰਾਊਂਡ ਲੈਵਲ ਤੇ ਨਹੀਂ ਹੈਗੀ ਉਸ ਤਰੀਕੇ ਨਾਲ। ਤਾਂ ਪੰਜਾਬ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਲੱਗ ਸਿਨੈਰੀਓ ਹੈ ਜਿਹੜਾ ਉਹ ਤਿਆਰ ਕੀਤਾ ਜਾਏਗਾ? ਮੇਰੀ ਗੱਲ ਸਮਝੋ, ਕੋਈ ਹਾਲੇ ਫਿਲਹਾਲ ਇਲੈਕਸ਼ਨ 'ਚ ਕਿੰਨੀ ਹੈ ਜੀ, 7-8 ਮਹੀਨੇ ਪਏ ਨੇ। ਐਵੇਂ ਪੋਲੀਟੀਕਲ ਪਾਰਟੀਆਂ ਨੂੰ ਬੁਖਾਰ ਚੜਿਆ ਹੋਇਆ, ਉਹਨਾਂ ਨੂੰ ਥੋੜੀ ਬਹੁਤੀ ਅਕਲ ਹੋਣੀ ਚਾਹੀਦੀ ਹੈ ਵੀ ਕਿਸਾਨਾਂ ਦੀ ਜਿਹੜਾ ਸਭ ਤੋਂ ਵੱਡਾ ਵਰਗ ਹੈ, ਕਿਸਾਨ ਹੀ ਨਹੀਂ ਬਲਕਿ ਇਹ ਤਾਂ ਜਿਹੜਾ ਅੰਦੋਲਨ ਹੈ ਸਮੁੱਚੇ ਭਾਰਤੀਆਂ ਲਈ ਅੰਦੋਲਨ ਹੈ। ਜਿਹੜਾ ਦੁਨੀਆ ਦਾ ਬਹੁਤ ਵੱਡਾ ਦਾਨਿਸ਼ਵਰ ਮਿਸਟਰ ਚੋਮਸਕੀ ਅਮਰੀਕਾ 'ਚ, ਉਹਦਾ ਤੁਸੀਂ ਸਟੇਟਮੈਂਟ ਪੜ੍ਹੀ ਹੋਣੀ ਹੈ। ਉਹਨੇ ਕਿਹਾ ਵੀ ਜਿਹੜਾ ਇਹ ਅੰਦੋਲਨ ਇੱਥੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਤੇ ਮਜ਼ਦੂਰ ਲੜ ਰਹੇ ਨੇ, ਇਹ ਅੰਦੋਲਨ ਸਾਰੇ ਭਾਰਤ ਦਾ ਅੰਦੋਲਨ ਹੈ, ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ। ਇਹ ਅੰਦੋਲਨ ਦੁਨੀਆ ਲਈ ਇੱਕ ਨਵਾਂ ਮਾਡਲ ਸਥਾਪਿਤ ਕਰਦਾ ਹੈ। ਇਹ ਅੰਦੋਲਨ ਦੁਨੀਆ ਨੂੰ ਨਵਾਂ ਰਸਤਾ ਦਿਖਾਉਂਦਾ ਹੈ ਔਰ ਇਹ ਅੰਦੋਲਨ ਪਹਿਲਾ ਅੰਦੋਲਨ ਹੈ ਜਿਹੜਾ ਕਾਰਪੋਰੇਟਸ ਦੇ ਖਿਲਾਫ ਖੜਾ ਹੋਇਆ। ਅੱਜ ਤੱਕ ਦੁਨੀਆ 'ਚ ਕੋਈ ਇਸ ਤਰ੍ਹਾਂ ਡਟ ਕੇ ਕੋਈ ਖੜਾ ਨਹੀਂ ਹੋਇਆ। ਉਹਨੇ ਕਹੇ ਤੋਂ ਬਹੁਤ ਕੁਝ ਸਿੱਖਣ ਵਾਲਾ ਔਰ ਅੰਦੋਲਨ ਚਲਾਉਣ ਵਾਲਿਆਂ ਨੂੰ ਆਪਣੇ ਇਸ ਕੰਮ ਦੇ ਉੱਤੇ ਜਿਹੜਾ ਉਹਨਾਂ ਨੇ ਵੱਡਾ ਕੰਮ ਵਿੱਢਿਆ, ਇਹਦੇ ਤੇ ਬਹੁਤ 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 ਮਾਣ ਹੋਣਾ ਚਾਹੀਦਾ ਹੈ। ਰਾਜੇਵਾਲ ਸਾਹਿਬ, ਬਹੁਤ ਵਾਰੀ ਤੁਹਾਡਾ ਨਾਮ ਵੀ ਉਛਾਲਿਆ ਜਾਂਦਾ ਕਿ ਜੀ ਰਾਜੇਵਾਲ ਸਾਹਿਬ ਇੱਕ ਪਾਰਟੀ ਦੇ ਨਾਲ ਜਾ ਰਹੇ ਨੇ, ਸਮਰਾਲਾ ਤੋਂ ਇਲੈਕਸ਼ਨ ਲੜਨ ਦੀ ਚਾਹਤ ਰੱਖਦੇ ਨੇ ਔਰ ਮੁੱਖ ਮੰਤਰੀ ਦਾ ਚਿਹਰਾ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਉਸ ਪਾਰਟੀ ਦੇ ਵੱਲੋਂ ਬਣਾਇਆ ਜਾ ਰਿਹਾ ਹੈਗਾ। ਕੋਈ ਹਾਲੇ ਤੱਕ ਇਦਾਂ ਦੀ ਗੱਲਬਾਤ ਹੈ ਜਾਂ ਵੈਸੇ ਹਵਾ ਦੇ ਵਿੱਚ ਡਾਂਗੀ ਕਹਿੰਦੇ ਨੇ? ਅੰਦੋਲਨ ਲੜਨ ਵਾਲਿਆਂ ਨੂੰ ਘੱਟੋ ਘੱਟ ਇੰਨੀ ਸਮਝ ਹੋਣੀ ਚਾਹੀਦੀ ਹੈ ਵੀ ਇਦਾਂ ਦੀਆਂ ਗੱਲਾਂ ਕੌਣ ਕਰਦਾ ਹੈ। ਅਸੀਂ ਸਾਰੇ ਇਕੱਠੇ ਹੋ ਕੇ ਲੜ ਰਹੇ ਹਾਂ, ਸਾਡੇ 'ਚ ਕੋਈ ਮਤਭੇਦ ਨਹੀਂ।
ਅਸੀਂ ਆਪੋ ਵਿੱਚ ਹੀ ਲੜ ਵੀ ਪਈਏ ਤਾਂ ਵੀ ਸਾਡੀ ਲੜਾਈ ਅੰਦੋਲਨ ਦੇ ਹਿੱਤ ਵਿੱਚ ਹੁੰਦੀ ਹੈ। ਔਰ ਜਦੋਂ ਅਸੀਂ ਬਾਹਰ ਨਿਕਲਦੇ ਅਸੀਂ ਸਾਰੇ ਇਕੱਠਾ ਇੱਕ ਸੁਰ ਹੋ ਕੇ ਨਿਕਲਦੇ ਹਾਂ। ਸਾਨੂੰ ਇਹ ਸਭ ਨੂੰ ਪਤਾ ਚੰਗੀ ਤਰ੍ਹਾਂ ਵੀ ਇਦਾਂ ਦੇ ਸ਼ੋਸ਼ੇਬਾਜ਼ੀ, ਇਹ ਸ਼ਗੂਫੇ ਭਾਜਪਾ ਦੇ ਜਿਹੜਾ IT ਸੈੱਲ ਹੈ ਉਹਦੇ ਫੈਲਾਏ ਹੋਏ ਨੇ। ਮੈਂ ਤਾਂ ਇੱਥੇ ਬੈਠਾ ਔਰ ਬਲਕਿ ਇਹ ਤੋਂ ਪਹਿਲਾਂ ਰੇਲਵੇ ਲਾਈਨਾਂ ਤੇ ਸੀ। ਪਿਛਲੇ 1 ਸਾਲ ਦੇ ਦੌਰਾਨ ਮੈਂ ਤਾਂ ਕਿਸੇ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਤੋਂ ਵੱਡੇ ਵਰਕਰ ਤੱਕ ਕਿਸੇ ਨੂੰ ਮਿਲਿਆ ਨਹੀਂ। ਇਹ ਕਿਹਨੂੰ ਸੁਪਨਾ ਆ ਗਿਆ ਜਿਵੇਂ ਮੈਂ ਆਮ ਆਦਮੀ ਪਾਰਟੀ ਜਾ ਰਿਹਾ ਔਰ ਮੈਂ ਉਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ? ਕਿਹਨੇ ਬਣਾਤਾ ਮੈਨੂੰ ਮੁੱਖ ਮੰਤਰੀ? ਅਫਵਾਹਾਂ ਜਿਹੜੀਆਂ ਉਹ ਸਵਾਲ ਪੁੱਛਣਾ ਸਾਡਾ ਫਰਜ਼ ਹੁੰਦਾ, ਕਿਉਂਕਿ ਅਕਸਰ ਗੱਲਾਂ ਬਾਤਾਂ ਚੱਲਦੀਆਂ, ਤੁਹਾਡੇ ਕੋਲ ਵੀ ਚਰਚਾਵਾਂ ਤਾਂ ਪਹੁੰਚਦੀਆਂ ਹੋਣਗੀਆਂ, ਤੁਹਾਡੇ ਵੀ ਪਾਰਟੀ ਦੇ ਕਹਿੰਦੇ ਹੋਣਗੇ ਕਿ ਜੀ ਲੋਕਾਂ 'ਚ ਇਹ ਗੱਲ ਚੱਲ ਰਹੀ ਹੈ। ਜਦੋਂ ਇਦਾਂ ਦੇ ਸ਼ੋਸ਼ੇ ਉੱਡਦੇ ਨੇ ਫਿਰ ਤੁਹਾਡਾ ਸਵਾਲ ਪੁੱਛਣਾ ਬਣਦਾ ਹੈ, ਪਰ ਇਹਦੇ ਵਿੱਚ ਕੋਈ ਨੇੜੇ ਤੇੜੇ ਵੀ ਨਹੀਂ ਅਸਲੀਅਤ ਦੇ। ਅਸੀਂ ਸਾਡਾ ਪੂਰਾ ਧਿਆਨ ਆਪਣੀਆਂ ਮੰਗਾਂ ਤੇ ਕੇਂਦਰਿਤ ਹੈ। ਇੱਕ ਗੱਲ ਬੜੀ ਚੰਗੀ ਤਰ੍ਹਾਂ ਸਮਝੋ, ਮਨੁੱਖ ਜਦੋਂ ਸੋਚਦਾ ਹੈ ਉਹਦੀ ਸੋਚਣੀ ਕਿੱਧਰ ਨੂੰ ਜਾਂਦੀ ਹੈ, ਉਧਰ ਉਹਦੀ એનર્ਜੀ ਤਾਂ ਲੱਗਦੀ ਹੈ ਨਾ। ਜੀ ਜੀ। ਤੇ ਮੈਂ ਸਮਝਦਾ ਇਸ ਵੇਲੇ ਜੇ ਅਸੀਂ ਇਹੋ ਜਿਹਾ ਸੋਚਣ ਲੱਗ ਜਾਾਂਗੇ ਸਾਡੀ એનર્ਜੀ ਵੇਸਟ ਹੋਏਗੀ, ਦੂਜੇ ਪਾਸੋਂ ਧਿਆਨ ਹਟੇਗਾ, ਜਿਹੜਾ ਸਾਡਾ ਅੰਦੋਲਨ ਹੈ ਉਹ ਸਾਡਾ ਨੁਕਸਾਨ ਹੋਏਗਾ। ਇਸ ਕਰਕੇ ਸਿਰਫ ਤੇ ਸਿਰਫ ਸਾਡਾ ਧਿਆਨ ਮੱਛੀ ਦੀ ਅੱਖ ਵਾਂ ਸਾਡੀਆਂ ਮੰਗਾਂ ਤੇ ਕੇਂਦਰਿਤ ਹੋਣਾ ਚਾਹੀਦਾ। ਰਾਜੇਵਾਲ ਸਾਹਿਬ, ਪਰ ਇੱਕ ਚੀਜ਼ ਇਹਦੇ ਚ ਆ ਰਹੀ ਹੈ ਕਿ ਵਾਰ-ਵਾਰ ਆਪਾਂ ਸਰਕਾਰ ਦਾ ਤਾਂ ਵਿਰੋਧ ਕਰ ਰਹੇ ਹਾਂ, ਪਰ ਲੋਕ ਕਹਿੰਦੇ ਕਿ ਜੀ ਅਸੀਂ ਕਿਹਦੇ ਮਗਰ ਜਾਈਏ? ਤਾਂ ਲੋਕਾਂ ਨੂੰ ਤਾਂ ਕੋਈ ਅਲਟਰਨੇਟਿਵ ਚਾਹੀਦਾ ਨਾ, ਕਿ ਲੋਕ ਇਹੀ ਪੁਰਾਣੀਆਂ ਪਾਰਟੀਆਂ ਦੇ ਮਗਰ ਜਾਣ, ਜਾਂ ਲੋਕਾਂ ਦੇ ਲਈ ਕੋਈ ਨਵਾਂ ਬਦਲ ਵੀ ਸਾਹਮਣੇ ਆ ਸਕਦਾ ਬਾਈ ਦੇ ਇਲੈਕਸ਼ਨ ਦੇ ਵਿੱਚ। ਔਰ ਕਿਉਂਕਿ ਕਿਸਾਨੀ ਅੰਦੋਲਨ ਇੱਕ ਬਹੁਤ ਲੰਮੇ ਸਮੇਂ ਬਾਅਦ ਐਡਾ ਵੱਡਾ ਅੰਦੋਲਨ, ਕਿਉਂਕਿ ਅਸੀਂ ਵੀ ਆਪਣੀ ਉਮਰ ਦੇ ਵਿੱਚ ਸ਼ਾਇਦ ਪਹਿਲਾ ਅੰਦੋਲਨ ਇਦਾਂ ਦਾ ਦੇਖ ਰਹੇ, ਤਾਂ ਲੋਕਾਂ ਨੂੰ ਵੀ ਇੱਕ ਉਮੀਦ ਤਾਂ ਜਗਦੀ ਹੈ ਨਾ ਕਿ ਸ਼ਾਇਦ ਕਿਸਾਨ ਲੀਡਰ ਐਡੀ ਵਧੀਆ ਗੱਲਾਂ ਕਰ ਰਹੇ, ਅਸੀਂ ਇਹਨਾਂ ਨੂੰ ਅੱਗੇ ਲੈ ਕੇ ਆਈਏ ਜਾਂ ਇਹਨਾਂ ਦੇ ਮਗਰ ਚੱਲੀਏ, ਜਾਂ ਇਹ ਸਾਨੂੰ ਕੋਈ ਬਦਲ ਦੇਣ। ਨਹੀਂ, ਇਹ ਜ਼ਰੂਰੀ ਨਹੀਂ ਵੀ ਅਸੀਂ ਅੱਗੇ ਆਉਣਾ, ਪਰ ਮੈਂ ਪਰਸਨਲੀ, ਮੇਰੀ ਪਰਸਨਲ ਰਾਏ ਹੈ, ਮੈਂ ਇਹ ਸਮਝਦਾ ਵੀ ਅੱਜ ਜਿੱਥੇ ਪੰਜਾਬ ਆ ਕੇ ਖੜ ਗਿਆ, ਜਿੰਨਾ ਗੰਦ ਪਾਤਾ ਪੋਲੀਟੀਕਲ ਲੀਡਰਸ਼ਿਪ ਨੇ ਪਿਛਲੇ 30 ਸਾਲਾਂ 'ਚ ਇੰਨਾ ਜ਼ਿਆਦਾ ਵਿਗੜਿਆ, ਉਹਦੇ 'ਚ ਅਸੀਂ ਲੋਕ ਦੋਸ਼ੀ ਹਾਂ ਜਿਹੜੇ ਪਿਛਲੇ 30 ਸਾਲ ਅੱਖਾਂ ਖੋਲ ਕੇ ਦੇਖਿਆ ਨਹੀਂ, ਅਸੀਂ ਇਹਨਾਂ ਨੂੰ ਨੰਗੇ ਨਹੀਂ ਕੀਤਾ। ਜਦੋਂ ਕੋਈ ਵੇਲਾ ਹੁੰਦਾ ਸੀ ਰਾਜਨੀਤੀ ਕਰਨ ਵਾਲੇ ਲੋਕ ਆਮ ਲੋਕਾਂ ਦੀ ਚਿੰਤਾ ਕਰਦੇ ਹੁੰਦੇ ਸੀ, ਹੁਣ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ, ਹੁਣ ਤਾਂ ਇਹ ਬਿਜ਼ਨਸ ਬਣ ਗਿਆ। ਪਹਿਲਾਂ ਹੀ ਇਨਵੈਸਟਮੈਂਟ ਕਰਦੇ ਨੇ, ਉਹ ਤੋਂ ਬਾਅਦ 4 ਸਾਲ 1 ਮਹੀਨਾ ਇਨਵੈਸਟਮੈਂਟ ਕਰਦੇ ਨੇ, ਸ਼ਰਾਬਾਂ ਦਿੰਦੇ ਨੇ, ਪੈਸੇ ਦਿੰਦੇ ਨੇ, ਕੋਈ ਵੀ ਖਰਚ ਕਰਦੇ ਨੇ, ਫਿਰ 4 ਸਾਲ 11 ਮਹੀਨੇ ਲੋਕਾਂ ਨੂੰ ਲੁੱਟਦੇ ਵੀ ਨੇ, ਕੁੱਟਦੇ ਵੀ ਨੇ। ਲੋਕਾਂ ਦਾ ਸਿਸਟਮ ਇੰਨਾ ਗੰਦਾ ਕਰਤਾ, ਲੋਕਾਂ ਬਾਰੇ ਕੋਈ ਨਹੀਂ ਸੋਚਦਾ, ਲੋਕੀ ਤਾਂ ਤਰਾਈ ਕਰਦੇ ਫਿਰਦੇ ਨੇ। ਇਹੋ ਜਿਹੇ ਹਾਲਾਤ ਵਿੱਚ ਲੋਕਾਂ ਨੂੰ ਸੋਚਣਾ ਬਣਦਾ ਹੈ। ਮੈਂ ਸਮਝਦਾ ਇਹਦੇ ਵਿੱਚ ਜਿਹੜੇ ਲੋਕ ਪੋਲੀਟੀਕਲ ਪਾਰਟੀਆਂ ਨਾਲ ਕੋਈ ਕਹਿੰਦੇ ਨੇ ਮੈਂ ਤਾਂ ਜੀ ਪੁਸ਼ਤਾਂ ਤੋਂ ਅਕਾਲੀ ਹਾਂ ਜੀ, ਮੈਂ ਤਾਂ ਪਿਓ ਦਾਦੇ ਤੋਂ ਕਾਂਗਰਸੀ ਹਾਂ ਜੀ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਆਰਥਿਕ ਤੌਰ ਤੇ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਤੁਹਾਡੀ ਅਗਲੀ ਪੀੜ੍ਹੀ ਤੁਹਾਡੇ ਕੋਲੋਂ ਨਿਰਾਸ਼ ਹੋ ਕੇ ਇੱਥੋਂ ਭੱਜ ਰਹੀ ਹੈ। ਜਿਹੜਾ ਸਾਡਾ ਯੂਥ ਹੈ ਉਹਨੂੰ ਇੱਥੇ ਕੁਝ ਨਜ਼ਰ ਨਹੀਂ ਆ ਰਿਹਾ। ਅਸੀਂ ਤਾਂ ਕਈ ਜਿਹੜੀਆਂ ਇਹਨਾਂ ਲੋਕਾਂ ਦੀਆਂ ਕਰਤੂਤਾਂ ਕਿਸੇ ਨੇ ਫਿਕਰ ਨਹੀਂ ਕੀਤਾ। 2 ਸਾਲ ਤੋਂ ਪੜ੍ਹਾਈ ਬਿਲਕੁਲ ਬੰਦ ਹੈ, ਆਨਲਾਈਨ ਪੜ੍ਹਾਈ, ਕੋਈ ਪੜ੍ਹਾਈ ਨਹੀਂ ਹੁੰਦੀ। ਤੇ ਸਾਡੇ ਬੱਚੇ ਜਿਹੜੇ ਨੇ, ਜਿਹੜਾ 2 ਸਾਲ ਪੜ੍ਹਾਈ ਦੇ ਨਾਲ ਜਿਹੜੀ ਅਟੈਚਮੈਂਟ ਸਕੂਲ ਵਿੱਚ ਪੜ੍ਹ ਕੇ ਟੀਚਰ ਦੇ ਨਾਲ ਜੁੜ ਕੇ ਜਿਹੜੀ ਅਟੈਚਮੈਂਟ ਹੁੰਦੀ ਹੈ ਬੱਚੇ ਦੀ, ਜਾਂ ਪ੍ਰੋਫੈਸਰ ਨਾਲ ਅਟੈਚਮੈਂਟ ਹੁੰਦੀ ਹੈ ਬੱਚੇ ਦੀ, ਉਹ ਜਿਹੜੀ ਪੜ੍ਹਾਈ ਹੈ ਉਹਦੇ ਵਿੱਚੋਂ ਕੁਛ ਉਹਦੇ ਦਿਮਾਗ 'ਚ ਵੜਦਾ ਹੈ। ਤੇ ਹੁਣ ਬੱਚੇ, ਮਾਪੇ ਕਹਿੰਦੇ ਨੇ ਬੱਚਾ ਪੜ੍ਹਦਾ ਮੋਬਾਈਲ ਲੈ ਕੇ ਪਤਾ ਨਹੀਂ ਕੀ ਦੇਖੀ ਜਾਂਦਾ, ਔਰ ਉਹ ਟੁੱਟ ਗਿਆ ਲਿੰਕ ਟੀਚਰ ਦਾ ਔਰ ਸਟੂਡੈਂਟ ਦਾ ਆਪੋ ਵਿੱਚ ਹੀ ਟੁੱਟ ਗਿਆ। ਇਹਦਾ ਐਡਾ ਵੱਡਾ ਨੁਕਸਾਨ ਹੋਏਗਾ। ਜਿਹੜੇ ਇਹ 2 ਸਾਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਨਾ, ਉਹਨਾਂ ਦੀ ਸਾਰੀ ਲਾਈਫ ਤੇ ਇਹਦਾ ਅਸਰ ਰਹੇਗਾ। ਐਜੂਕੇਸ਼ਨ 'ਚ ਭੱਠਾ ਬਹਿ ਗਿਆ, ਹੈਲਥ ਸਰਵਿਸਿਜ਼ ਹੈ ਹੀ ਨਹੀਂ, ਤੇ ਐਗਰੀਕਲਚਰ ਦਾ ਭੱਠਾ ਬਹਿ ਗਿਆ। ਤਿੰਨੇ ਸਟੇਟ ਸਬਜੈਕਟ ਨੇ ਨਾ, ਜਿਹੜੇ ਕੱਟੜ ਕਾਂਗਰਸੀ ਪਰਿਵਾਰ ਨੇ, ਕੱਟੜ ਅਕਾਲੀ ਪਰਿਵਾਰ ਨੇ, ਉਹਨਾਂ ਨੂੰ ਘੱਟੋ ਘੱਟ ਇਹ ਸੋਚਣਾ ਚਾਹੀਦਾ, ਉਹਨਾਂ ਦਾ ਇੱਕ ਚੌਧਰੀ ਜਿਹੜੇ ਪਰਿਵਾਰ ਵਿੱਚੋਂ ਇੱਕ ਵਾਰੀ MLA ਬਣ ਗਿਆ, ਦੂਏ ਨੂੰ ਥਾਂ ਨਹੀਂ ਉਹ ਦਿੰਦਾ, ਨਵਿਆਂ ਨੂੰ ਕੋਈ ਜਗ੍ਹਾ ਨਹੀਂ। ਉਹਨਾਂ ਨੂੰ ਘੱਟੋ ਘੱਟ ਇਹ ਸੋਚਣਾ ਚਾਹੀਦਾ ਪੰਜਾਬ ਲਿਆ ਕੇ ਕਿੱਥੇ ਖੜਾ ਕਰਤਾ। ਅੱਜ ਪੰਜਾਬ ਦੀ ਮੰਗ ਹੈ, ਡਿਮਾਂਡ ਕਰਦੇ ਆ ਹਾਲਾਤ ਵੀ ਪੰਜਾਬ ਦੀ ਇਕਨੋਮਿਕ ਉਮਰ ਖਤਮ ਹੋ ਚੁੱਕੀ ਹੈ। ਜੇ ਹੁਣ ਫੇਰ ਇਹੋ ਜਿਹੀ ਵਪਾਰੀਆਂ ਦੀ, ਪੋਲੀਟੀਕਲ ਵਪਾਰੀਆਂ ਦੀ ਸਰਕਾਰ ਆ ਗਈ ਤਾਂ 5 ਸਾਲ ਸਾਡੇ ਕੋਲ ਹੈ ਨਹੀਂ। 3 ਲੱਖ ਕਰੋੜ ਪੰਜਾਬ ਸਿਰ ਕਰਜ਼ਾ ਹੈ। ਤੁਹਾਡੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਨੂੰ ਲੁੱਟਣ ਤੋਂ ਸਿਵਾ, ਚਾਹੇ ਰੇਤਾ ਹੈ, ਚਾਹੇ ਸ਼ਰਾਬ ਦਾ ਹੈ, ਚਾਹੇ ਟਰਾਂਸਪੋਰਟ ਦਾ ਕਾਰੋਬਾਰ ਹੈ, ਇਹਨੂੰ ਲੁੱਟਣ ਤੋਂ ਸਿਵਾਏ ਜਿਹੜੀ ਇਸ ਵੇਲੇ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਹੋਰ ਕੋਈ ਦੂਸਰੀ ਗੱਲ ਸੁਝਦੀ ਨਹੀਂ। ਤੁਸੀਂ 117 MLA ਨੇ ਪੰਜਾਬ ਦੇ, ਮੇਰੇ ਸਾਹਮਣੇ ਬਿਠਾ ਦਿਓ, ਮੈਂ ਪੁੱਛ ਲਾਂ ਉਹਨਾਂ ਨੂੰ, ਐਡੀ ਵੱਡੀ ਮੁਸੀਬਤ ਹੈ ਕਿਸਾਨਾਂ ਦੀ ਸਾਰੇ ਦੇਸ਼ ਦੀ 3 ਕਾਨੂੰਨਾਂ ਬਾਰੇ, ਕਿਸੇ ਨੇ ਕੋਈ ਪੜ੍ਹਿਆ, ਉਹਨਾਂ ਨੂੰ ਸਟੱਡੀ ਕੀਤਾ, ਉਹਦੇ ਤੇ ਉਹਨਾਂ ਦੀ ਕੀ ਰਾਏ ਹੈ? ਉਹ ਅੱਜ ਤੱਕ ਕਿਉਂ ਨਹੀਂ ਬੋਲੇ? ਅਸੈਂਬਲੀ ਦੇ ਵਿੱਚ ਬੋਲਦੇ। ਹੋਇਆ ਕੀ ਹੈ? ਪੰਜਾਬ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਨੇ ਅਮੈਂਡਮੈਂਟ ਕਰਤੀ
ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਇਹ ਸਟੇਟ ਸਬਜੈਕਟ ਹੈ, ਤੁਸੀਂ ਨਹੀਂ ਬਣਾ ਸਕਦੇ ਕਾਨੂੰਨ। ਇਹਦੀ ਬਜਾਏ ਅਮੈਂਡਮੈਂਟ ਕਰਕੇ ਕੀ ਕਹਿਤਾ, ਇਨਡਾਇਰੈਕਟਲੀ ਕਹਿਤਾ ਵੀ ਕੋਈ ਨਹੀਂ ਇਹ ਕਾਨੂੰਨ ਠੀਕ ਹੈ, ਅਸੀਂ ਮੰਨ ਲਿਆ ਠੀਕ ਇਹ ਸੋਧਾਂ ਕਰ ਦਿੱਤੀਆਂ, ਅਮੈਂਡਮੈਂਟ ਕਰਤੀ ਅਸੀਂ। ਤਾਂ ਜਿਹੜਾ ਆਪਣਾ ਅਧਿਕਾਰ ਸੀ ਉਹ ਛੱਡਤਾ, ਉਹ ਇੱਕ ਇੱਕ ਕਦਮ ਗਾਂਹ ਵਧੀ ਜਾ ਰਹੇ ਨੇ। ਸਟੇਟ ਨੂੰ ਡੋਬ ਦੇਣਾ। ਮੈਂ ਜਦੋਂ ਯੂਨੀਅਨ ਬਣਾਈ ਅਸੀਂ ਉਦੋਂ ਇੱਕ ਮਿਸਾਲ ਦਿਆ ਕਰਦੇ ਸੀ, ਅਸੀਂ ਨਾ ਹੁਣ ਤਾਂ ਹੈ ਨਹੀਂ, ਹੁਣ ਤਾਂ ਮੈਕਨਾਈਜ਼ਡ ਹੋ ਗਈ ਖੇਤੀ, ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ। ਜਿਹੜਾ ਬਲਦ ਤਕੜਾ ਹੁੰਦਾ ਸੀ ਉਹਨਾਂ ਦੇ ਕੰਪੀਟੀਸ਼ਨ ਵੀ ਹੁੰਦੇ ਸੀ, ਦੌੜਾਂ ਹੁੰਦੀਆਂ ਸੀ। ਅਸੀਂ ਉਹਨੂੰ ਦੁੱਧ ਰਾਏਪੁਰ ਦੀਆਂ ਖੇਡਾਂ ਬਹੁਤ ਮਸ਼ਹੂਰ ਨੇ, ਦੁੱਧ ਪਿਲਾਉਂਦੇ ਹੁੰਦੇ ਸੀ ਖੂਬ, ਸਾਰਾ ਹੀ ਮੱਝ ਦਾ ਦੁੱਧ ਉਹਨੂੰ ਪਿਲਾ ਦੇਣਾ ਤੇ ਉਹਨੂੰ ਘਿਓ ਖਿਲਾਈ ਜਾਣਾ। ਜਦ ਗੱਡੀ ਤੇ ਬੈਠ ਕੇ ਭਜਾਉਂਦੇ ਸੀ ਤੇ ਉਸ ਵੇਲੇ ਕੋਈ ਲਿਹਾਜ਼ ਨਹੀਂ ਸੀ ਹੁੰਦਾ, ਐਡੀ ਵੱਡੀ ਆਰ ਹੁੰਦੀ ਸੀ, ਸਾਰੀ ਉਹ ਧਸੋ ਦਿੰਦੇ ਸੀ ਵੀ ਹੁਣ ਖੜਾਇਆ ਪੁੱਤ ਭੱਜ। ਹੁਣ ਜਦ ਇਹਨਾਂ ਨੂੰ ਵੋਟਾਂ ਦੇ ਕੇ ਐਮਐਲਏ ਬਣਾਓਗੇ, ਆਰ ਵੀ ਤਿਆਰ ਰੱਖੋ, ਉਹ ਲੋਕਾਂ ਦੀ ਸੇਵਾ ਕਰੇ, ਫਿਰ ਐਮਐਲਏ ਸਾਹਿਬ ਨਾ ਬਣੇ, ਇੱਕ ਅਲੱਗ ਕਲਾਸ ਬਣ ਗਈ। ਈਜ਼ੀ ਐਕਸੈਸ ਹੈ ਹੀ ਨਹੀਂ ਆਮ ਆਦਮੀ ਦੀ ਐਮਐਲਏਜ਼ ਔਰ ਲੀਡਰਾਂ ਤੱਕ। ਲੀਡਰ ਆਪਣੇ ਆਪ ਨੂੰ ਲੋਕਾਂ ਤੋਂ ਵੱਖ ਸਮਝਣ ਲੱਗ ਗਏ ਔਰ ਲੋਕਾਂ ਤੋਂ ਉੱਚੇ ਸਮਝਣ ਲੱਗ ਗਏ ਵੀ ਅਸੀਂ ਇੱਕ ਅਲੱਗ ਕਲਾਸ, ਔਰ ਉਹਨਾਂ ਦੇ ਆਕੇ ਮਸ਼ੀਨਰੀ ਲੱਗਦੀ ਹੈ। ਐਸਾ ਨੈਕਸਸ ਬਣਿਆ, ਉਹ ਉਹਨੂੰ ਵੇਟੇਜ ਦਿੰਦੇ ਨੇ, ਉਹ ਉਹਨੂੰ ਉਕਸਾਉਂਦੇ ਨੇ ਇੱਕ ਦੂਜੇ ਨੂੰ। ਮਸ਼ੀਨਰੀ ਤੇ ਜਿਹੜੀ ਐਮਐਲਏਜ਼ ਐਮਪੀਜ਼ ਨੇ ਇੱਕ ਦੂਜੇ ਨੂੰ ਉਕਸਾਉਂਦੇ ਨੇ, ਆਮ ਆਦਮੀ ਨੂੰ ਦੂਰ ਰੱਖਦੇ ਨੇ ਜਿੱਥੇ ਉਹ ਤੋਂ ਪਿੱਠ ਚੜ੍ਹਦੀ ਹੁੰਦੀ ਹੈ। ਇਹ ਸਿਸਟਮ ਤੋਂ ਖਹਿੜਾ ਛਡਾਉਣਾ ਪਊ, ਲੋਕਾਂ ਨੂੰ ਆਪ ਅੱਗੇ ਆਉਣਾ ਪਊ। ਕੋਈ ਚੀਜ਼ ਨਹੀਂ, ਮੈਂ ਇਹ ਨਹੀਂ ਮੰਨਦਾ ਵੀ ਇੱਥੇ ਕੁਝ ਨਹੀਂ ਨਿਕਲੇਗਾ। ਪੰਜਾਬ ਦੇ ਲੋਕਾਂ ਨੇ ਬੜਾ ਕੁਝ ਕੱਢਿਆ। ਐਮਰਜੈਂਸੀ 'ਚ ਅਸੀਂ ਇਕੱਲੇ ਨੇ ਲੜੇ ਨਾ, ਹੋਰ ਨਹੀਂ ਸੀ ਸਾਰੇ ਦੇਸ਼ 'ਚ ਕਿਸੇ ਨੇ ਲੜਿਆ। ਜਦੋਂ ਐਮਰਜੈਂਸੀ ਤੋਂ ਬਾਅਦ ਇੱਥੇ ਇਲੈਕਸ਼ਨ ਆਈ, ਉਸ ਵੇਲੇ ਜਨਤਾ ਪਾਰਟੀ ਨਾਂ ਦੀ ਕੋਈ ਹੈ ਹੀ ਨਹੀਂ ਸੀ ਪਾਰਟੀ। ਜੈ ਪ੍ਰਕਾਸ਼ ਨਾਰਾਇਣ ਬਿਹਾਰ ਤੋਂ ਸੀ, ਉਹਨੂੰ ਪਤਾ ਸੀ ਵੀ ਪੰਜਾਬੀਆਂ ਦਾ ਖਾਸਾ ਕੀ ਹੈ। ਉਹਨੇ ਇੱਥੇ ਆ ਕੇ ਜਨਤਾ ਪਾਰਟੀ ਦਾ ਨਾਂ ਲੈ ਕੇ ਐਲਾਨ ਕਰਤਾ। ਸਾਰੇ ਦੇਸ਼ 'ਚ ਜਨਤਾ 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 ਹੋ ਗਈ, ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਅਨਫੋਰਚੂਨੇਟ ਪਹਿਲੂ ਇਹ ਸੀ ਵੀ ਉਹੀ ਲੀਡਰ ਅਲੱਗ-ਅਲੱਗ ਪਾਰਟੀਆਂ ਜੋ ਰੁੱਸੇ ਹੋਏ, ਉਹ ਆ ਕੇ ਇਕੱਠੇ, ਉਹਨਾਂ ਦੀ ਸੁਰ ਠੀਕ ਨਹੀਂ ਸੀ, ਉਹ ਨਹੀਂ ਬਹੁਤੀ ਦੇਰ ਚਲਾ ਸਕੇ। ਲੋਕਾਂ ਨੇ ਤਾਂ ਬਦਲ ਲਿਆਂਦਾ ਸੀ। ਜਦੋਂ ਸਿਮਰਨਜੀਤ ਮਾਨ ਹੋਰੀ ਆਏ ਨੇ, ਲੋਕੀ ਅੱਧੀ ਰਾਤ ਤੱਕ ਕੈਂਡੀਡੇਟ ਨੂੰ ਉਡੀਕਦੇ ਰਹੇ, ਨਾਲੇ ਉਹਨੂੰ ਪੈਸੇ ਦਿੰਦੇ ਰਹੇ, ਨਾਲੇ ਵੋਟਾਂ ਦਿੱਤੀਆਂ, ਬਣ ਗਏ। ਕੀ ਕੀਤਾ, ਪਾਰਲੀਮੈਂਟ 'ਚ ਅੰਦਰ ਹੀ ਨਹੀਂ ਗਏ। ਤੇ ਲੋਕਾਂ ਦਾ ਕੀ ਕਸੂਰ ਹੈ? ਤਾਂ ਇਹ ਲੋਕਾਂ ਨੂੰ, ਪੰਜਾਬ ਦੇ ਲੋਕਾਂ ਤੋਂ ਰੂਲ ਆਊਟ ਨਹੀਂ ਕਰ ਸਕਦੇ ਵੀ ਨਹੀਂ ਕੁਝ ਨਿਕਲਣਾ। ਪੰਜਾਬ ਬਾਕੀ ਦੇਸ਼ ਨੂੰ ਲੀਡ ਕਰਦਾ ਹੈ ਹਰ ਕੰਮ 'ਚ। ਆਹ ਮੋਰਚੇ 'ਚ ਵੀ ਅਸੀਂ ਸ਼ੁਰੂਆਤ ਕੀਤੀ 2017 'ਚ, ਹੌਲੀ-ਹੌਲੀ ਸਾਰੇ ਇਕੱਠੇ ਹੋਏ। ਪੰਜਾਬ ਲੀਡ ਕਰ ਰਿਹਾ, ਪੰਜਾਬ ਇਹਦਾ ਧੁਰਾ ਹੈ। ਪੰਜਾਬ ਦੇ ਨਾਲ ਹਰਿਆਣਾ ਜੁੜਿਆ, ਫਿਰ ਉਹਦੇ ਬਾਅਦ ਯੂਪੀ ਜੁੜਿਆ, ਰਾਜਸਥਾਨ ਜੁੜਿਆ, ਮੱਧ ਪ੍ਰਦੇਸ਼ ਜੁੜਿਆ, ਸਾਰੇ ਇੱਕ ਦੂਜੇ ਦੇ ਨਾਲ ਜੁੜ ਕੇ ਅੱਜ ਇਹ ਨੈਸ਼ਨਲ ਮੂਵਮੈਂਟ ਖੜੀ ਹੋ ਗਈ। ਤਾਂ ਪੰਜਾਬੀ ਹਰ ਕੰਮ ਨਵਾਂ ਕਰਦੇ ਨੇ, ਔਰ ਜਦੋਂ ਕਰਦੇ ਨੇ ਤਸਕੇ ਕਰਦੇ ਨੇ। ਜੇ ਪੰਜਾਬੀ ਮਨ ਬਣਾ ਲੈਣ ਤਾਂ ਇਸ ਵਾਰੀ ਇਹ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ, ਇਹ ਤੋਂ ਖਹਿੜਾ ਛੁੱਟ ਸਕਦਾ। ਇਹ ਵੀ ਉਹਨਾਂ ਨੂੰ ਖਿਆਲ ਰੱਖਣਾ ਪਊਗਾ, ਇਹਨਾਂ ਨੇ ਇਕੱਠੇ ਹੋ ਜਾਣਾ। ਇਹ ਕੰਨੀ ਕੌੜਾ ਤੇਲ ਪਾ ਕੇ ਇੱਕ ਵਾਰੀ ਚੇਂਜ ਲੈ ਆਉਣ, ਸਿਸਟਮ ਠੀਕ ਕਰਨ ਦੇ। ਮੈਨੀਫੈਸਟੋ ਵੱਲ ਨਾ ਦੇਖਣ, ਮੈਨੀਫੈਸਟੋ 'ਚ ਕੁਝ ਨਹੀਂ ਹੁੰਦਾ, ਡਰਾਮਾ ਹੁੰਦਾ। ਮੈਨੀਫੈਸਟੋ ਦੀ ਤਾਂ ਜਿਹੜੀ ਅਹਿਮੀਅਤ ਸੀ ਉਹ ਖਤਮ ਕਰਤੀ ਇਹਨਾਂ ਨੇ, ਪੋਲੀਟੀਕਲ ਲੋਕਾਂ ਨੇ। ਮੈਨੀਫੈਸਟੋ ਦਾ ਲਾਰੇ ਲਾ ਕੇ ਮੈਂ ਸਾਰਾ ਕਰਜ਼ਾ ਮਾਫ ਕਰ ਦੂੰ, ਘਰ ਨੌਕਰੀ ਦੇ ਦੂੰ, ਹੋਇਆ ਕੱਖ ਵੀ ਨਹੀਂ। ਤਾਂ ਇਸੇ ਤਰ੍ਹਾਂ ਦੇ ਮੈਨੀਫੈਸਟੋ ਆਉਣੇ ਨੇ, 300 ਬਿਜਲੀ ਯੂਨਿਟ ਮਾਫ ਕਰ ਦੂੰ, ਇਦਾਂ ਦੇ ਆਉਣੇ ਨੇ। ਪਰ ਜਦੋਂ ਇੰਪਲੀਮੈਂਟੇਸ਼ਨ ਹੋਣੀ ਹੈ, ਫਿਰ ਉਸ ਵੇਲੇ ਮੂੰਹ ਵੱਟ ਜਾਣਾ, ਉਦੋਂ ਤਾਂ ਤਾਕਤ ਹੱਥ 'ਚ ਆਈ ਹੋਊਗੀ ਨਾ, ਫਿਰ ਨਹੀਂ ਕੋਈ ਪਰਵਾਹ ਕਰਨੀ। ਤਾਂ ਇਸ ਕਰਕੇ ਲੋਕਾਂ ਨੂੰ ਸਮਝਣਾ ਪਊ, ਸਾਡੇ ਯੂਥ ਨੂੰ ਖਾਸ ਤੌਰ ਤੇ ਸਮਝਣਾ ਪਊ। ਉਹ ਜਿਹੜਾ ਬਾਹਰ ਭੱਜੇ ਜਾਂਦੇ ਨੇ, ਇੱਥੇ ਬੜਾ ਕੁਛ ਹੈ। ਨੇਚਰ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ। ਪੰਜਾਬ ਜਿੰਨੇ ਰਿਸੋਰਸਿਸ ਨੇਚਰ ਨੇ, ਦੁਨੀਆ 'ਚ ਅਮਰੀਕਾ ਵਰਗੇ ਦੇਸ਼ 'ਚ ਵੀ ਇੰਨੇ ਰਿਸੋਰਸਿਸ ਨਹੀਂ ਦਿੱਤੇ। ਇਹ ਸਾਨੂੰ ਦੇਖਣਾ ਪਊ। ਸੋ ਸਾਫ਼ ਤੌਰ ਤੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨਾਲ ਗੱਲਬਾਤ ਕਰ ਰਹੇ ਹਾਂ। ਫਿਲਹਾਲ ਵੇਲਾ ਇੱਕ ਬ੍ਰੇਕ ਦਾ ਹੋ ਚੱਲਿਆ। ਕੀ ਪੰਜਾਬ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ, ਕਿਹੜੀ ਨਵੀਂ ਧਿਰ ਦੀ ਰਾਜੇਵਾਲ ਸਾਹਿਬ ਗੱਲ ਕਰ ਰਹੇ ਆ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਰਾਜੇਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ।